ਸਾਰੇ ਵਿਦਿਆਰਥੀਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਆਪਣੀ ਇਸ ਆਨਲਾਈਨ ਜਮਾਤ ਵਿੱਚ, ਜਿਸ ਵਿੱਚ ਪਿਆਰੇ ਵਿਦਿਆਰਥੀਓ ਆਪਾਂ ਪੜ੍ਹ ਰਹੇ ਹਾਂ ਜੀ ਜੋ ਸਾਡੀ 12ਵੀਂ ਜਮਾਤ ਵਾਲੀ ਪੁਸਤਕ ਹੈ ਪੰਜਾਬੀ ਸਾਹਿਤ ਦਰਪਣ ਭਾਗ ਦੂਜਾ। ਉਸ ਦਾ ਜੋ ਅੰਤਮ ਖੰਡ ਹੈ, ਅੰਤਮ ਖੰਡ ਦੇ ਵਿੱਚ ਸੰਖੇਪ ਰੂਪ ਵਿੱਚ ਆਧੁਨਿਕ ਪੰਜਾਬੀ ਸਾਹਿਤ ਦਾ ਜਿਹੜਾ ਇਤਿਹਾਸ ਹੈ ਜਿਹਦਾ ਜ਼ਿਕਰ ਕੀਤਾ ਹੋਇਆ ਹੈ, ਉਹਦੇ ਵਿੱਚ ਆਪਾਂ ਉਹਦੀ ਅਗਲੀ ਕੜੀ ਦੇ ਵਿੱਚ ਜੋ ਆਪਾਂ ਪੜ੍ਹਨਾ ਹੈ ਜੀ ਉਹ ਹੈ ਜੀ ਆਧੁਨਿਕ ਪੰਜਾਬੀ ਨਾਟਕ ਦਾ ਇਤਿਹਾਸ ਦੇ ਬਾਰੇ ਆਪਾਂ ਗੱਲ ਕਰਾਂਗੇ ਜੀ। ਨਾਟਕ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਨਾਟਕ ਬਾਰੇ ਤਾਂ ਨਾਟਕ ਦੇ ਜਨਮ ਤੇ ਵਿਕਾਸ ਬਾਰੇ, ਜਨਮ ਬਾਰੇ ਖਾਸ ਕਰਕੇ ਸਾਡੇ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਨੇ। ਸੋ ਇਹ ਵੀ ਮੰਨਿਆ ਜਾਂਦਾ ਹੈ ਵੀ ਨਾਟਕ ਦਾ ਜਨਮ ਹੈ ਜਿਹੜਾ ਉਹ ਲੋਕ ਨਾਟਕ ਕਲਾਵਾਂ ਦੇ ਨਾਲ ਹੋਇਆ ਹੈ ਤੇ ਉਸ ਤੋਂ ਬਾਅਦ ਜਿਵੇਂ ਕੁਝ ਥੀਏਟਰੀਕਲ ਸੁਸਾਇਟੀਆਂ ਨੇ ਵੀ ਕੁਝ ਅਨੁਵਾਦਿਤ ਰਚਨਾਵਾਂ ਵੀ ਇਹ ਪੰਜਾਬੀ ਨਾਟਕ ਦਾ ਪ੍ਰਮੁੱਖ ਆਧਾਰ ਹੈ। ਮਤਲਬ ਸ਼ੁਰੂ ਦੇ ਵਿੱਚ ਜਿਹੜੇ ਨਾਟਕ ਰਚੇ ਗਏ ਆ, ਜਿਵੇਂ ਕਿ ਇਹ ਜਿਹੜਾ ਤੁਹਾਡਾ ਪਾਠ ਹੈ ਇਹਦੇ ਅੰਤ ਦੇ ਵਿੱਚ ਜੋ ਪ੍ਰਸ਼ਨ ਦਿੱਤੇ ਹੋਏ ਨੇ ਇਹਦੇ ਨਾਲ ਸੰਬੰਧਿਤ, ਉਹਦੇ ਵਿੱਚ ਜਿਵੇਂ ਹੈਗਾ ਵੀ ਪੰਜਾਬੀ ਨਾਟਕ ਦੇ ਮੁੱਢਲੇ ਸਰੂਪ ਬਾਰੇ ਜਾਣ ਪਛਾਣ ਕਰਵਾਓ। ਫਿਰ ਜਿਵੇਂ ਇਹ ਵੀ ਹੈਗਾ ਕਿ 1913 ਤੋਂ 1947 ਦੇ ਵਿੱਚ ਜਿਹੜੀਆਂ ਨਾਟ ਰਚਨਾਵਾਂ ਹੋਈਆਂ ਉਹਨਾਂ ਬਾਰੇ ਤੁਸੀਂ ਇੱਕ ਭਾਵਪੂਰਤ ਟਿੱਪਣੀ ਲਿਖਣੀ ਹੈ। ਫਿਰ ਜਿਵੇਂ ਇਹ ਵੀ ਹੈਗਾ ਪ੍ਰਸ਼ਨ ਵੀ ਕੁਝ ਕੁ ਨਾਟਕਕਾਰ ਦੇ ਰੱਖੇ ਆ ਪ੍ਰਸਿੱਧ ਨਾਟਕਕਾਰ, ਉਹਨਾਂ ਦੇ ਬਾਰੇ ਆਪਾਂ ਵਿਚਾਰ ਚਰਚਾ ਕਰਨੀ ਹੈ। ਆਪਾਂ ਆਪਣਾ ਜਿਹੜਾ ਇਹਦੇ ਵਿੱਚ ਜੋ ਵੀ ਆਪਾਂ ਟੌਪਿਕ ਪੜ੍ਹਨਾ ਇਹਦੇ ਵਿੱਚੋਂ ਜਿਹੜੇ ਵੀ ਨਾਟਕਕਾਰ ਪੜ੍ਹਨੇ ਆ ਉਹ ਆਪਾਂ ਆਪਣੇ ਜੋ ਪਿਛਲੇ ਪ੍ਰਸ਼ਨ ਜਿਹੜੇ ਹੈਗੇ ਆ ਸਾਡੀ ਇਸ ਪਾਠ ਪੁਸਤਕ ਦੇ, ਇਸ ਪਾਠ ਦੇ ਪਿੱਛੇ ਜਿਹੜੇ ਪ੍ਰਸ਼ਨ ਦਿੱਤੇ ਆ ਉਹਨਾਂ ਦੇ ਆਧਾਰ ਤੇ ਪੜ੍ਹਨੇ ਆਪਾਂ। हाँ जी, सो सब तो पहला आप गल करते हैं क्योंकि नाटक का संबंध रंगमंच के नाल है ना, इस करके इनू दोहरी कला भी कहा जाता है। हुण आप गल करते हैं सब तो पहला जिवें ਜਿਹੜਾ ਪੰਜਾਬੀ ਦਾ ਨਾਟਕ ਦਾ ਜਿਹੜਾ ਮੁੱਢਲਾ ਸਰੂਪ ਸੀਗਾ ਉਹਦੇ ਵਿੱਚ ਉਹ ਕਿਵੇਂ ਸ਼ੁਰੂ ਹੋਇਆ, ਉਹਦੇ ਵਿੱਚ ਕਿਹੜੀਆਂ ਗੱਲਾਂ ਨੇ ਯੋਗਦਾਨ ਪਾਇਆ, ਉਹ ਆਪਣੇ ਵਾਸਤੇ ਜ਼ਰੂਰੀ ਹੈ। ਆ ਮੁੱਢਲੇ ਸਰੂਪ ਦੀ ਗੱਲ ਕੀਤੀ ਗਈ ਹੈ ਵੀ ਈਸਾਈਆਂ ਨੇ ਆਪਣੇ ਧਰਮ ਪ੍ਰਚਾਰ ਵਾਸਤੇ ਨਾਵਲ, ਕਹਾਣੀ, ਨਾਟਕ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ, ਇਹਨਾਂ ਸਾਹਿਤ ਰੂਪਾਂ ਦੀ ਵਰਤੋਂ ਕੀਤੀ। ਉਹਨਾਂ ਨੇ ਨਾਟਕ ਦੇ ਪ੍ਰਚਾਰ ਵਾਸਤੇ ਪਾਰਸੀ ਥੀਏਟਰੀਕਲ ਕੰਪਨੀਆਂ ਉਹਨਾਂ ਨੇ ਬਣਾ ਲਈਆਂ। ਉਹ ਨਾਟਕ ਖੇਡ ਕੇ ਉਹਨਾਂ ਨੇ ਲੋਕਾਂ ਨੂੰ ਆਪਣੇ ਧਰਮ ਬਾਰੇ, ਆਪਣੇ ਈਸਾਈ ਧਰਮ ਨੂੰ ਚੰਗਾ ਦਰਸ਼ਨ ਵਾਸਤੇ ਉਹ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ। ਬੰਗਾਲ ਦੇ ਵਿੱਚ ਵੀ ਟੈਂਪਰੈਂਸ ਸੁਸਾਇਟੀ ਵਿਕਸਿਤ ਕਰ ਲਈ ਅੰਗਰੇਜ਼ਾਂ ਨੇ ਤੇ ਉਹਦੇ ਨਾਲ ਜਿਵੇਂ ਅੰਮ੍ਰਿਤਸਰ, ਲਾਹੌਰ ਦੇ ਵਿੱਚ ਵੀ ਨਾਟਕ ਖੇਡੇ ਜਾਂਦੇ ਰਹੇ। ਪ੍ਰੋਫੈਸਰ ਜੇ.ਸੀ. ਓਮਾਨ ਜੋ ਕਿ ਗੌਰਮੈਂਟ ਕਾਲਜ ਵਿੱਚ ਸਾਇੰਸ ਪ੍ਰਾਧਿਆਪਕ ਸਨ, ਉਹਨਾਂ ਨੇ 1889 ਦੇ ਵਿੱਚ ਆਪਣੀ ਪੁਸਤਕ ਕਲਚਰ, ਕਸਟਮਜ਼ ਤੇ ਸੁਪਰਸਟੀਸ਼ਨਸ ਆਫ ਇੰਡੀਆ ਇਹਦੇ ਵਿੱਚ ਇੰਦਰ ਸਭਾ, ਅਲਾਦੀਨ ਲੈਂਪ, ਪ੍ਰਹਲਾਦ ਭਗਤ, ਪੂਰਨ ਭਗਤ, ਸ਼ਰਾਬ ਕੌਰ ਆਦਿ ਨਾਟਕਾਂ ਦਾ ਜ਼ਿਕਰ ਕੀਤਾ। ਇਹ ਹੋ ਗਈ ਸ਼ੁਰੂਆਤ ਪੰਜਾਬੀ ਨਾਟਕ ਦੇ ਮੁੱਢਲੇ ਦੌਰ ਦੀ ਮੁੱਢ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਹੁਣ ਜਿਵੇਂ ਨਕਲੀ, ਰਾਮਧਾਰੀ ਸੀ, ਇਹਨਾਂ ਨੇ ਵੀ ਬਹੁਤ ਸਾਰੇ ਮਤਲਬ ਨਾਟਕ ਖੇਡੇ। ਟੈਂਪਰੈਂਸ ਸੁਸਾਇਟੀ ਵੱਲੋਂ, ਖਾਲਸਾ ਟੈਂਪਰੈਂਸ ਸੁਸਾਇਟੀ ਵੱਲੋਂ ਇੱਕ ਡਰਾਮਾ ਕਮੇਟੀ ਬਣਾਈ ਗਈ ਜਿਹਦੇ ਵਿੱਚ ਗਿਆਨੀ ਦਿੱਤ ਸਿੰਘ ਦਾ ਸੁਪਨ ਨਾਟਕ ਖੇਡਿਆ ਗਿਆ, ਭਾਈ ਵੀਰ ਸਿੰਘ ਜੀ ਦਾ ਰਾਜਾ ਲਖਦਾਤਾ ਸਿੰਘ ਖੇਡਿਆ ਗਿਆ, ਮਕਸੂਰ ਚੰਦ ਦਾ ਸ਼ਰਾਬ ਕੌਰ ਨਾਟਕ ਖੇਡਿਆ ਗਿਆ। ਇਹ ਯਾਦ ਰੱਖਣੇ ਆ ਤੁਸੀਂ, ਆਹ ਜਿਹੜੀਆਂ ਗੱਲਾਂ ਇਹ ਬਹੁਤ ਮਹੱਤਵਪੂਰਨ ਹੈ, ਇਹ ਤੁਸੀਂ ਯਾਦ ਰੱਖਣੀਆਂ ਵਿਦਿਆਰਥੀਓ, ਠੀਕ ਹੈ ਨਾ। ਵੀ ਖਾਲਸਾ ਟੈਂਪਰੈਂਸ ਸੁਸਾਇਟੀ ਨੇ ਡਰਾਮਾ ਕਮੇਟੀ ਬਣਾਈ ਤੇ ਪੰਜਾਬੀ ਦੇ ਕਿਹੜੇ ਨਾਟਕ ਖੇਡੇ ਗਏ ਜਿਹਦੇ ਵਿੱਚ ਗਿਆਨੀ ਦਿੱਤ ਸਿੰਘ ਦਾ ਸੁਪਨ ਨਾਟਕ, ਭਾਈ ਵੀਰ ਸਿੰਘ ਦਾ ਰਾਜਾ ਲਖਦਾਤਾ ਸਿੰਘ, ਮਕਸੂਰ ਚੰਦ ਦਾ ਸ਼ਰਾਬ ਕੌਰ, ਠੀਕ ਹੈ, ਇਹ ਯਾਦ ਰੱਖਣੇ ਆ। ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਚਰਨ ਸਿੰਘ ਵੱਲੋਂ ਜਿਵੇਂ ਕੁਝ ਅਨੁਵਾਦਿਤ ਨਾਟਕ ਵੀ ਲਿਖੇ ਗਏ, ਇਹ ਵੀ ਤੁਸੀਂ ਯਾਦ ਰੱਖਣੇ। ਅਨੁਵਾਦਿਤ ਰਚਨਾਵਾਂ ਜਿਵੇਂ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਕੀਤੇ ਗਏ। ਚਰਨ ਸਿੰਘ ਜੀ ਵੱਲੋਂ ਕਾਲੀਦਾਸ ਦਾ ਨਾਟਕ ਹੈ ਜਿਹੜਾ ਅਭਿਗਿਆਨ ਸ਼ਕੁੰਤਲਮ, ਉਹਦਾ ਅਨੁਵਾਦ ਕੀਤਾ ਗਿਆ। ਮਾਨ ਸਿੰਘ ਜੱਜ ਨੇ ਵਿਕਰਮਵਰਸ਼ੀ ਦਾ ਅਨੁਵਾਦ ਕੀਤਾ। ਅਮਰ ਸਿੰਘ ਵੱਲੋਂ ਸ਼ੇਕਸਪੀਅਰ ਦੇ ਨਾਟਕ ਉਥੈਲੋ ਦਾ ਅਨੁਵਾਦ ਕੀਤਾ ਗਿਆ। ਦੇਸ਼ ਕਸਮ। ਮੋਹਨ ਸਿੰਘ ਵੈਦ ਨੇ ਕਮੇਡੀ ਆਫ ਐਰਰਸ ਨੂੰ ਭੁੱਲ ਭੁਲਈਆ ਨਾਮ ਹੇਠ ਅਨੁਵਾਦਿਤ ਕੀਤਾ। ਸੋ ਇਹ ਹੈ ਜਿਹੜਾ ਉਸ ਤੋਂ ਬਾਅਦ ਜਿਵੇਂ ਹੋਰ ਰਚਨਾਵਾਂ ਜਿਹੜੀਆਂ ਕੀਤੀਆਂ ਗਈਆਂ ਮੁੱਢਲੇ ਸਰੂਪ ਦੇ ਵਿੱਚ, ਬਾਬਾ ਬੁੱਧ ਸਿੰਘ ਨੇ ਚੰਦਰ ਹਰੀ ਨਾਟਕ ਲਿਖਿਆ, ਭਾਈ ਵੀਰ ਸਿੰਘ ਨੇ ਰਾਜਾ ਲਖਦਾਤਾ ਸਿੰਘ ਲਿਖਿਆ, ਅਰੂੜ ਸਿੰਘ ਨੇ ਸੁੱਕਾ ਸਮੁੰਦਰ, ਨਲ ਦਮਯੰਤੀ ਆਦਿ ਲਿਖੇ। ਇਹ 1913 ਤੋਂ ਪਹਿਲਾਂ ਦੇ ਜਿਹੜੇ ਪੰਜਾਬੀ ਨਾਟਕ ਦੇ ਮੁੱਢਲੇ ਸਰੂਪ ਦਾ ਜਦੋਂ ਤੁਸੀਂ ਗੱਲ ਕਰਨੀ ਹੈ ਤਾਂ ਤੁਸੀਂ ਆ ਜ਼ਰੂਰ ਯਾਦ ਰੱਖਣੀਆਂ ਗੱਲਾਂ, ਠੀਕ ਹੈ।
ਹੁਣ ਆਪਾਂ ਗੱਲ ਕਰਦੇ ਹਾਂ ਜੀ 1913 ਤੋਂ ਲੈ ਕੇ 1947 ਦੇ ਦਰਮਿਆਨ ਪੰਜਾਬੀ ਨਾਟਕ ਨੇ ਜਿਹੜਾ ਵਿਕਾਸ ਕੀਤਾ ਉਹਦੇ ਬਾਰੇ ਆਪਾਂ ਵਿਚਾਰ ਕਰਦੇ ਹਾਂ। ਉਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਪੰਜਾਬੀ ਨਾਟਕ ਦੇ ਆਰੰਭ ਵਿੱਚ ਇਸ ਵਿਧਾ ਨੂੰ ਨਾਟਕ ਨੂੰ ਨਿਖਾਰਨ ਵਾਸਤੇ ਸ਼੍ਰੀਮਤੀ ਨੌਰਾ ਰਿਚਰਡ ਦਾ ਬਹੁਤ ਵੱਡਾ ਯੋਗਦਾਨ ਹੈ। ਸ਼੍ਰੀਮਤੀ ਨੌਰਾ ਰਿਚਰਡ ਜਿਹੜੇ ਨੇ ਇਹ ਖਾਲਸਾ ਕਾਲਜ ਜਿਹੜਾ ਦਿਆਲ ਸਿੰਘ ਕਾਲਜ ਲਾਹੌਰ ਦੇ ਨਾਲ ਸੰਬੰਧਿਤ ਸੀਗੇ, ਤਾਂ ਉੱਥੇ ਵਿਦਿਆਰਥੀਆਂ ਦੇ ਇਹਨਾਂ ਨੇ ਨਾਟ ਮੁਕਾਬਲੇ ਕਰਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਨਾਟ ਮੁਕਾਬਲਿਆਂ ਦੇ ਵਿੱਚੋਂ ਆਧੁਨਿਕ ਪੰਜਾਬੀ ਸਾਹਿਤ ਦਾ ਪਹਿਲਾ ਨਾਟਕਕਾਰ ਜਿਹਨੂੰ ਆਪਾਂ ਮੰਨਦੇ ਹਾਂ, ਜਿੱਥੋਂ ਪੰਜਾਬੀ ਨਾਟਕ ਦੀ ਵਿਧੀਵਤ ਸ਼ੁਰੂਆਤ ਹੁੰਦੀ ਹੈ, ਜਿਹਨੇ ਮਤਲਬ ਵਧੀਆ ਰੰਗਮੰਚ ਦੀ ਦ੍ਰਿਸ਼ਟੀ ਤੋਂ ਅਨੁਕੂਲ ਨਾਟਕ ਲਿਖਣੇ ਸ਼ੁਰੂ ਕੀਤੇ ਆ, ਉਹ ਹੈਗਾ ਜੀ I.C. ਨੰਦਾ, ਈਸ਼ਵਰ ਚੰਦਰ ਨੰਦਾ। ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਨਾਟਕਕਾਰ ਪੜ੍ਹਨਾ ਉਹ ਪੜ੍ਹਨਾ ਜੀ ਈਸ਼ਵਰ ਚੰਦਰ ਨੰਦਾ ਦੇ ਬਾਰੇ ਪੜ੍ਹਨਾ। 1913 ਦੇ ਵਿੱਚ ਜਿਹਨੇ ਦੁਲਹਨ ਇਕਾਂਗੀ ਲਿਖਿਆ ਸੀਗਾ, ਪਹਿਲੇ ਨੰਬਰ ਤੇ ਆਇਆ ਸੀਗਾ ਇਹ ਨੌਰਾ ਰਿਚਰਡ ਵੱਲੋਂ ਕਰਾਏ ਗਏ ਕੰਪੀਟੀਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਇਹ 1913 ਦੇ ਵਿੱਚ ਇਹਦਾ ਇਕਾਂਗੀ ਸੀ ਦੁਲਹਨ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਈਸ਼ਵਰ ਚੰਦਰ ਨੰਦਾ ਦੀ। ਈਸ਼ਵਰ ਚੰਦਰ ਨੰਦਾ ਤੁਸੀਂ ਪਹਿਲੇ ਨੰਬਰ ਤੇ ਪੜ੍ਹਨਾ। ਕਿਹੜੀਆਂ ਗੱਲਾਂ ਪੜ੍ਹਨੀਆਂ ਇਹ ਮੈਂ ਤੁਹਾਨੂੰ ਦੱਸ ਦਿੰਦਾ। ਸਭ ਤੋਂ ਪਹਿਲਾਂ ਤਾਂ ਤੁਸੀਂ ਕਰਨਾ ਹੈ ਵੀ 1913 ਦੇ ਵਿੱਚ ਨੰਦੇ ਦਾ ਦੁਲਹਨ ਇਕਾਂਗੀ ਹੈ ਜਿਹੜਾ ਉਹ ਕੰਪੀਟੀਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸੀਗਾ। ਜਦੋਂ ਉਹ ਨਾਟਕ ਮੁਕਾਬਲੇ ਹੋਏ ਉਹਦੇ ਵਿੱਚ ਪਹਿਲੇ ਨੰਬਰ ਤੇ ਇਹਨੇ 3 ਇਕਾਂਗੀ ਸੰਗ੍ਰਹਿ ਲਿਖੇ ਆ। ਝਲਕਾਰੇ, ਲਿਸ਼ਕਾਰੇ, ਚਮਕਾਰੇ, ਇਹ 3 ਦੇ ਇਕਾਂਗੀ ਸੰਗ੍ਰਹਿ ਆ। ਝਲਕਾਰੇ, ਲਿਸ਼ਕਾਰੇ, ਚਮਕਾਰੇ 3 ਇਕਾਂਗੀ ਸੰਗ੍ਰਹਿ। ਹੋਰ ਨਾਟਕ ਵੇਖਦੇ ਨੇ ਕਿਹੜੇ ਲਿਖੇ ਆ। ਸੁਭਦਰਾ, ਸ਼ਾਮੂਸ਼ਾ, ਵਾਰਕਰ, ਸੋਸ਼ਲ ਸਰਕਲ, ਇਹ ਆਦਿ ਹੈ ਜਿਹੜੇ ਇਸ ਨੇ ਕੁਝ ਹੋਰ ਨਾਟਕ ਲਿਖੇ ਆ। ਉਸ ਤੋਂ ਬਾਅਦ ਕੁਝ ਪ੍ਰਸਿੱਧ ਇਕਾਂਗੀ ਹੈ ਇਹਦੇ। ਮਾਨ ਦਾ ਡਿਪਟੀ, ਸੁਹਾਗ ਜਿਹਨੂੰ ਦੁਲਹਨ ਵੀ ਕਹਿੰਦੇ ਆ, ਤੇ ਬੇਈਮਾਨ, ਇਹ ਇਹਦੇ ਪ੍ਰਸਿੱਧ ਇਕਾਂਗੀ ਹੈ। ਇਹ ਤੁਸੀਂ ਯਾਦ ਰੱਖਣੀ ਹੈ, ਠੀਕ ਹੈ। ਉਸ ਤੋਂ ਬਾਅਦ ਦੂਜੇ ਨੰਬਰ ਤੇ ਤੁਸੀਂ ਪੜ੍ਹਨਾ ਜਿਹੜਾ ਉਹ ਹੈਗਾ ਡਾਕਟਰ ਹਰਚਰਨ ਸਿੰਘ। ਤੁਹਾਡਾ ਜਿਹੜਾ ਪ੍ਰਸ਼ਨ ਦਿੱਤਾ ਹੋਇਆ ਨਾ ਵੀ 1913 ਤੋਂ ਲੈ ਕੇ 1947 ਦੇ ਦਰਮਿਆਨ ਰਚੇ ਗਏ ਨਾਟਕਾਂ ਉੱਪਰ ਜਿਹੜੀਆਂ ਰਚਨਾਵਾਂ ਕੀਤੀਆਂ ਗਈਆਂ ਉਹਨਾਂ ਦੇ ਉੱਪਰ ਭਾਵਪੂਰਤ ਚਾਨਣਾ ਪਾਉਣਾ, ਉਹਦੇ ਵਿੱਚੋਂ ਦੂਜੇ ਨੰਬਰ ਤੇ ਤੁਸੀਂ ਲਿਖਣਾ ਹੈ ਹਰਚਰਨ ਸਿੰਘ। ਹਰਚਰਨ ਸਿੰਘ ਦੇ ਨਾਟਕ ਇਸ ਨੂੰ ਨੰਦੇ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ, ਈਸ਼ਵਰ ਚੰਦਰ ਨੰਦਾ ਦਾ, ਜਿਹਨੂੰ ਆਪਾਂ ਪਹਿਲੇ ਨੰਬਰ ਤੇ ਪੜ੍ਹਿਆ ਈਸ਼ਵਰ ਚੰਦਰ ਨੰਦਾ ਨੂੰ। ਇਹਦਾ ਉੱਤਰਾਧਿਕਾਰੀ ਕਿਹਨੂੰ ਮੰਨਿਆ ਜਾਂਦਾ ਹੈ? ਡਾਕਟਰ ਹਰਚਰਨ ਸਿੰਘ ਨੂੰ। ਇਹਦੇ ਕਿਹੜੇ ਨਾਟਕ ਹੈ? ਕਮਲਾ ਕੁਮਾਰੀ, ਰਾਜਾ ਪੋਰਸ, ਰੱਤਾ ਸਾਲੂ, ਸ਼ੋਭਾ ਸ਼ਕਤੀ, ਚਮਕੌਰ ਦੀ ਗੜੀ, ਮਿੱਟੀ ਧੁੰਦ ਜਗ ਚਾਨਣ ਹੋਆ, ਹਿੰਦ ਦੀ ਚਾਦਰ, ਅੱਜ ਕੱਲ੍ਹ ਤੇ ਭਲਕ ਆਦਿ ਇਸ ਦੇ ਪ੍ਰਸਿੱਧ ਨਾਟਕ ਹਨ। ਇਹਦਾ ਜਿਹੜਾ ਨਾਟਕ ਹੈ ਅੱਜ ਕੱਲ੍ਹ ਤੇ ਭਲਕ, ਮਤਲਬ ਕੱਲ ਅੱਜ ਤੇ ਭਲਕ, ਇਸ ਨਾਟਕ ਨੂੰ 1973 ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਇਸ ਦੇ ਨਾਟਕ ਕੱਲ ਅੱਜ ਤੇ ਭਲਕ ਨੂੰ 1973 ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਯਾਦ ਰੱਖਣਾ ਤੁਸੀਂ ਡਾਕਟਰ ਹਰਚਰਨ ਸਿੰਘ ਜੀ ਬਾਰੇ, ਇਹਨਾਂ ਦੇ ਨਾਟਕਾਂ ਬਾਰੇ। ਤੀਜੇ ਨੰਬਰ ਤੇ ਜਿਹੜਾ ਤੁਸੀਂ ਪ੍ਰਸਿੱਧ ਨਾਟਕਕਾਰ ਪੜ੍ਹਨਾ ਉਹ ਹੈਗਾ ਜੀ ਬਲਵੰਤ ਗਾਰਗੀ। ਤੀਜੇ ਨੰਬਰ ਤੇ ਤੁਸੀਂ ਕਿਹਨੂੰ ਪੜ੍ਹਨਾ? ਬਲਵੰਤ ਗਾਰਗੀ ਨੂੰ ਪੜ੍ਹਨਾ। ਬਲਵੰਤ ਗਾਰਗੀ ਹੈ ਜਿਹੜਾ, ਇਹਦੇ ਦੇਖ ਲਓ ਕਿਹੜੀਆਂ ਨਾਟ ਰਚਨਾਵਾਂ। ਬਿਸਵੇਦਾਰ, ਨਵਾਂ ਮੁੱਢ, ਦੋ ਪਾਸੇ, ਘੁੱਗੀ, ਕਣਕ ਦੀ ਬੱਲੀ, ਸੋਹਣੀ ਮਹੀਵਾਲ, ਬੇਬੇ, ਕੇਸਰੋ, ਧੂਣੀ ਦੀ ਅੱਗ, ਗਗਨ ਮੈਂ ਥਾਲ, ਸੁਲਤਾਨ ਰਜੀਆ, ਪੱਤਣ ਦੀ ਬੇੜੀ, ਕੁਆਰੀ ਟੀਸੀ, ਸੌਂਕਣ, ਚਾਕੂ, ਮਿਰਜ਼ਾ ਸਾਹਿਬਾ, ਅਬਿਸਾਰਿਕਾ, ਬਲਦੇ ਟਿੱਬੇ। ਬਹੁਤ ਸਾਰੇ ਨਾਟਕਾਂ ਦੀ ਲੰਮੀ ਸੂਚੀ ਲਿਖੀ ਹੋਈ ਹੈ ਇਸਨੇ, ਬਹੁਤ ਜ਼ਿਆਦਾ ਗਿਣਤੀ 'ਚ ਲਿਖੇ ਹੋਏ, ਜਿਹਦੇ ਵਿੱਚੋਂ ਕੁਝ ਕੁ ਰਚਨਾਵਾਂ ਦਿੱਤੀਆਂ ਹੋਈਆਂ ਇਹਨਾਂ ਦੀਆਂ। ਇਹ ਤੁਸੀਂ ਯਾਦ ਰੱਖਣੇ। ਆਪਣੇ ਨਾਟਕਾਂ ਦੇ ਵਿੱਚ ਮਨੋਵਿਗਿਆਨਿਕ ਵਿਸ਼ਿਆਂ ਨੂੰ ਵੱਡੇ ਪੱਧਰ ਤੇ ਪੇਸ਼ ਕੀਤਾ ਇਸਨੇ, ਬਲਵੰਤ ਗਾਰਗੀ ਨੇ। 3 ਨੰਬਰ ਤੇ ਤੁਸੀਂ ਯਾਦ ਰੱਖਣਾ ਬਲਵੰਤ ਗਾਰਗੀ ਨੂੰ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਗੁਰਦਿਆਲ ਸਿੰਘ ਫੁੱਲ ਬਾਰੇ। ਆ ਲਓ 4 ਨੰਬਰ ਤੇ ਤੁਹਾਡਾ ਜਿਹੜਾ ਨਾਟਕਕਾਰ ਹੈ ਉਹ ਹੈਗਾ ਜੀ ਗੁਰਦਿਆਲ ਸਿੰਘ ਫੁੱਲ। ਕੌਣ? ਗੁਰਦਿਆਲ ਸਿੰਘ ਫੁੱਲ। ਗੁਰਦਿਆਲ ਸਿੰਘ ਫੁੱਲ ਨੇ ਨਾਟਕ ਹੈ ਜਿਹੜੇ ਜ਼ਿਆਦਾਤਰ ਇਤਿਹਾਸਕ ਵਿਸ਼ਿਆਂ ਨੂੰ ਪੇਸ਼ ਕੀਤਾ। ਉਸਨੇ ਇਤਿਹਾਸ ਦੇ ਨਾਲ ਸੰਬੰਧਿਤ ਨਾਟਕਾਂ ਨੂੰ ਲਿਖਿਆ ਇਸਨੇ, ਗੁਰਦਿਆਲ ਸਿੰਘ ਫੁੱਲ ਨੇ। ਪੈਸਾ ਨਾਟਕ ਰਚਨਾ ਕਿਹੜੀ ਹੈ? ਪੈਸਾ, ਕਾਲਜੀਏਟ, ਧਰਤੀ ਦੀ ਜਾਈ, ਬੈਂਕ, ਕਲਾ ਤੇ ਜ਼ਿੰਦਗੀ, ਕਲਯੁਗ, ਰਥ ਅਗਨ ਕਾ, ਜਿਨ ਸੱਚ ਪੱਲਿਆ ਹੋਏ, ਤੇ ਬੰਦਾ ਬਹਾਦਰ ਆਦਿ ਇਸ ਦੇ ਪ੍ਰਸਿੱਧ ਨਾਟਕ ਹਨ ਗੁਰਦਿਆਲ ਸਿੰਘ ਫੁੱਲ ਦੇ। 5 ਨੰਬਰ ਤੇ ਤੁਸੀਂ ਯਾਦ ਰੱਖਣਾ ਗੁਰਦਿਆਲ ਸਿੰਘ ਖੋਸਲਾ। 5 ਨੰਬਰ ਤੇ ਜਿਹੜਾ ਤੁਸੀਂ ਪ੍ਰਸਿੱਧ ਨਾਟਕਕਾਰ ਯਾਦ ਰੱਖਣਾ ਹੈ ਉਹ ਹੈਗਾ ਜੀ ਗੁਰਦਿਆਲ ਸਿੰਘ ਖੋਸਲਾ। ਇਹ ਹੈ ਜਿਹੜਾ ਇਹ ਯਥਾਰਥਵਾਦੀ ਸ਼ੈਲੀ ਦੇ ਵਿੱਚ ਲਿਖਣ ਵਾਲਾ ਨਾਟਕਕਾਰ ਹੈ, ਜਿਹਦੇ ਵਿੱਚੋਂ ਕੁਝ ਕੁ ਨਾਟਕਾਂ ਦੇ ਨਾਮ ਦਿੱਤੇ ਹੋਏ ਹੈ, ਜਿਵੇਂ ਬੂਹੇ ਬੈਠੀ ਧੀ, ਪਰਲੋਂ ਤੋਂ ਪਹਿਲਾਂ, ਉਮੀਦਵਾਰ, ਢਾਈ ਘਰ,
ਪੁਲਿਸ ਚੌਂਕੀ ਤੇ ਹੋਰ ਇਕਾਂਗੀ ਆਦਿ ਇਸ ਦੇ ਪ੍ਰਮੁੱਖ ਨਾਟਕ ਰਚਨਾਵਾਂ ਹਨ। ਠੀਕ ਹੈ। ਉਸ ਤੋਂ ਬਾਅਦ ਜਿਵੇਂ ਕਰਤਾਰ ਸਿੰਘ ਦੁੱਗਲ ਦਿੱਤਾ ਹੋਇਆ, ਕਰਤਾਰ ਸਿੰਘ ਦੁੱਗਲ ਹੈ ਜਿਹੜਾ ਇਹ ਪ੍ਰਸਿੱਧ ਕਹਾਣੀਕਾਰ ਹੈ। ਕਹਾਣੀਕਾਰਾਂ ਦੇ ਵਿੱਚ ਆਪਾਂ ਇਸ ਨੂੰ ਪੜ੍ਹ ਚੁੱਕੇ ਹਾਂ, ਇੱਥੇ ਤੁਸੀਂ ਇਸ ਨੂੰ ਨਹੀਂ ਪੜ੍ਹਨਾ। ਸੁਰਜੀਤ ਸਿੰਘ ਸੇਠੀ ਬਾਰੇ ਗੱਲ ਕਰਦੇ ਹਾਂ ਜੀ। ਇੱਕ ਹੋਰ ਪ੍ਰਸਿੱਧ ਨਾਟਕਕਾਰ ਹੈ ਜਿਹਦਾ ਨਾਮ ਹੈ ਸੁਰਜੀਤ ਸਿੰਘ ਸੇਠੀ। 6 ਨੰਬਰ ਤੇ ਜਿਹੜਾ ਤੁਸੀਂ ਨਾਟਕਕਾਰ ਯਾਦ ਰੱਖਣਾ ਹੈ ਉਹ ਹੈਗਾ ਜੀ ਸੁਰਜੀਤ ਸਿੰਘ ਸੇਠੀ। ਪੰਜਾਬੀ ਨਾਟ ਖੇਤਰ ਵਿੱਚ ਐਬਸਰਡਵਾਦੀ ਥੀਏਟਰ ਨੂੰ, ਇੱਕ ਐਬਸਰਡਵਾਦੀ ਵਿਧੀ ਹੁੰਦੀ ਹੈ ਨਾਟਕ ਨੂੰ ਲਿਖਣ ਦੀ, ਉਸ ਨੂੰ ਵਰਤਣ ਵਾਲਾ ਕੌਣ ਹੈ ਜੀ? ਸੁਰਜੀਤ ਸੇਠੀ ਹੈ। ਇਹ ਯਾਦ ਰੱਖਣਾ ਤੁਸੀਂ। ਐਬਸਰਡ ਸ਼ੈਲੀ ਵਿੱਚ ਲਿਖਣ ਵਾਲਾ ਨਾਟਕਕਾਰ ਹੈ ਸੁਰਜੀਤ ਸੇਠੀ ਹੈ। ਇਹਦੇ ਨਾਟਕ ਰਚਨਾ ਵੇਖ ਲਓ ਕਿਹੜੀਆਂ ਕਿਹੜੀਆਂ। ਕਾਫੀ ਹਾਊਸ, ਕੱਚਾ ਘੜਾ, ਮਰਦ ਮਰਦ ਨਹੀਂ, ਤੀਵੀਂ ਤੀਵੀਂ ਨਹੀਂ, ਨੰਗੀ ਰਾਤ ਸੜਕ ਦਾ ਓਲਾ, ਕਿੰਗ ਮਿਰਜ਼ਾ ਤੇ ਸਪੇਰਾ, ਮੇਰਾ ਮੁਰਸ਼ਦ ਮੋੜ ਲਿਆਓ, ਪੈਬਲ ਬੀਚ ਤੇ ਲੌਂਗ ਗੁਆਚਾ। ਇਹਦੇ ਵਿੱਚੋਂ ਜਿਹੜਾ ਕਿੰਗ ਮਿਰਜ਼ਾ ਤੇ ਸਪੇਰਾ ਇਹਦਾ ਨਾਟਕ ਹੈ, ਇਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਇਹ ਤੁਸੀਂ ਯਾਦ ਰੱਖਣਾ 6 ਨੰਬਰ ਤੇ ਸੁਰਜੀਤ ਸਿੰਘ ਸੇਠੀ ਨੂੰ, ਕਿੰਗ ਮਿਰਜ਼ਾ ਤੇ ਸਪੇਰਾ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਉਸ ਤੋਂ ਬਾਅਦ 7 ਨੰਬਰ ਤੇ ਤੁਸੀਂ ਯਾਦ ਰੱਖਣਾ ਕਪੂਰ ਸਿੰਘ ਘੁੰਮਣ ਨੂੰ। 7 ਨੰਬਰ ਤੇ ਕਪੂਰ ਸਿੰਘ ਘੁੰਮਣ ਯਥਾਰਥਵਾਦੀ ਨਾਟ ਸ਼ੈਲੀ ਅਪਣਾਉਂਦਾ ਹੈ ਵੀ, ਤੇ ਇਹਦੇ ਨਾਟਕ ਵੇਖ ਲਓ ਕਿਹੜੇ ਕਿਹੜੇ ਆ। ਬੁਝਾਰਤ, ਪੁਤਲੀ ਘਰ, ਅਤੀਤ ਤੇ ਪਰਛਾਵੇਂ, ਜ਼ਿੰਦਗੀ ਤੋਂ ਦੂਰ, ਮਨ ਅੰਤਰ ਕੀ ਪੈੜ, ਪਾਗਲ ਲੋਕ। ਇਹਦੇ ਵਿੱਚੋਂ ਜਿਹੜਾ ਪਾਗਲ ਲੋਕ ਇਸ ਦਾ ਨਾਟਕ ਹੈ, ਇਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਠੀਕ ਹੈ ਨਾ, ਯਾਦ ਰੱਖੋਗੇ ਨਾ। ਕਪੂਰ ਸਿੰਘ ਘੁੰਮਣ ਦੇ ਜਿਹੜਾ ਨਾਟਕ ਹੈ ਪਾਗਲ ਲੋਕ, ਉਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ 8 ਨੰਬਰ ਤੇ ਤੁਸੀਂ ਰੱਖਣਾ ਯਾਦ ਹਰਸ਼ਰਨ ਸਿੰਘ ਨੂੰ। 8 ਨੰਬਰ ਤੇ ਹਰਸ਼ਰਨ ਸਿੰਘ ਨੂੰ। ਹਰਸ਼ਰਨ ਸਿੰਘ ਬਾਰੇ ਆਪਾਂ ਗੱਲ ਕਰਦੇ ਹਾਂ ਜੀ, ਜਿਹਦੇ ਕੁਝ ਨਾਟਕ ਹੈ ਜਿਵੇਂ ਜਿਗਰਾ, ਫੁੱਲ ਕੁਮਲਾ ਗਿਆ, ਲੰਮੇ ਸਮੇਂ ਦਾ ਨਰਕ, ਮੇਰੇ 8 ਇਕਾਂਗੀ, ਕੁਲੱਛਣੇ, ਰਾਜਾ ਰਸਾਲੂ, ਹੀਰ ਰਾਂਝਾ, ਡੰਕੇ ਆਦਿ ਇਸ ਦੇ ਪ੍ਰਸਿੱਧ ਨਾਟਕ ਹਨ, ਜਿਨ੍ਹਾਂ ਦੇ ਵਿੱਚੋਂ ਲੰਮੇ ਸਮੇਂ ਦਾ ਨਰਕ ਜਿਹੜਾ ਨਾਟਕ ਹੈ, ਇਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਹੋਇਆ ਹੈ। ਠੀਕ ਹੈ ਜੀ। 8 ਨੰਬਰ ਤੇ ਹਰਸ਼ਰਨ ਸਿੰਘ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਤੁਸੀਂ ਗੁਰਚਰਨ ਸਿੰਘ ਜਸੂਜਾ ਜਿਹੜਾ, ਇਹ ਵੀ ਤੁਸੀਂ ਚਲੋ ਰਹਿਣ ਦਿਓ, ਜੇ ਨਹੀਂ ਰਹਿਣ ਦਿਓ ਕੋਈ ਗੱਲ ਨਹੀਂ, ਬਸ 8 ਨਾਟਕਕਾਰ ਜਿਹੜੇ ਬਾਹਲੇ ਜ਼ਰੂਰੀ ਹੈ। ਤੀਜੇ ਪੜਾਅ ਦੇ ਵਿੱਚ ਜਿਵੇਂ ਤੁਸੀਂ ਯਾਦ ਰੱਖਦੇ ਹੋ ਅਮਰੀਕ ਸਿੰਘ ਯਾਦ ਰੱਖ ਸਕਦੇ ਹੋ, ਪਰਛਾਵਿਆਂ ਦੀ ਪਕੜ, ਕੰਮ ਕੇ ਕੜਮ, ਇਹ ਤੁਸੀਂ ਯਾਦ ਰੱਖ ਲਿਓ। ਠੀਕ ਹੈ। ਉਸ ਤੋਂ ਬਾਅਦ ਬਸ ਕੋਈ ਗੱਲ ਨਹੀਂ, ਆਹ ਜ਼ਿਆਦਾ ਜ਼ਰੂਰੀ ਹੈ ਤੀਜੇ ਪੜਾਅ ਦੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਚੌਥੇ ਪੜਾਵ ਦੀ ਗੱਲ ਕਰਦੇ ਹਾਂ। ਹੁਣ ਆਪਾਂ ਗੱਲ ਕਰੀਏ ਚੌਥੇ ਪੜਾਵ ਦੀ, ਚੌਥੇ ਦੌਰ ਦੀ। ਚੌਥੇ ਦੌਰ ਦੇ ਵਿੱਚ ਤੁਸੀਂ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਆਤਮਜੀਤ ਦੀ। ਹੁਣ ਤੁਸੀਂ ਦੇਖ ਲਓ ਵੀ ਆਪਾਂ ਪ੍ਰਮੁੱਖ 8 ਪੜ੍ਹੇ ਹੈ, 9ਵੇਂ ਨੰਬਰ ਤੇ ਤੁਸੀਂ ਜਿਹੜਾ ਪ੍ਰਮੁੱਖ ਨਾਟਕਕਾਰ ਪੜ੍ਹਨਾ ਹੈ ਉਹ ਹੈਗਾ ਆਤਮਜੀਤ। ਆਤਮਜੀਤ ਹੈ ਜਿਹੜਾ, ਇਸ ਦੇ ਪ੍ਰਮੁੱਖ ਨਾਟਕ ਕਿਹੜੇ ਕਿਹੜੇ ਆ? ਕਬਰਸਤਾਨ ਪਹਿਲਾ ਨਾਟਕ ਹੈ ਇਹਦਾ, ਕਬਰਸਤਾਨ। ਉਸ ਤੋਂ ਬਾਅਦ ਚਾਬੀਆਂ ਤੇ ਹੋਰ ਇਕਾਂਗੀ, ਰਿਸ਼ਤਿਆਂ ਦਾ ਕੀ ਰੱਖੀਏ ਨਾ, ਸ਼ਹਿਰ ਬਿਮਾਰ ਹੈ, ਨਾਟਕ ਨਾਟਕ ਨਾਟਕ, ਇਹ ਵੀ ਇਹਦੀ ਇੱਕ ਰਚਨਾ ਜਿਹਦਾ ਨਾਮ ਹੈ ਕੈਮਲੂਪਸ ਦੀਆਂ ਮੱਛੀਆਂ, ਮੈਂ ਤਾਂ ਇੱਕ ਸਾਰੰਗੀ ਹਾਂ, ਤੱਤੀ ਤਵੀ ਦਾ ਸੱਚ। ਇਹ ਆਤਮਜੀਤ ਦੇ ਪ੍ਰਸਿੱਧ ਨਾਟਕ ਹੈ। ਉਸ ਤੋਂ ਬਾਅਦ ਆਹ ਦੇਖੋ ਇੱਕ ਹੋਰ, ਤੱਤੀ ਤਵੀ ਦਾ ਸੱਚ ਜਿਹੜਾ ਇਹਦਾ ਨਾਟਕ ਹੈ, ਇਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਇਹ ਆਪਾਂ 9 ਨੰਬਰ ਤੇ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਪ੍ਰਸਿੱਧ ਇੱਕ ਹੋਰ ਨਾਟਕਕਾਰ ਹੈ ਅਜਮੇਰ ਔਲਖ, ਇਹ ਤੁਸੀਂ 10 ਨੰਬਰ ਤੇ ਯਾਦ ਰੱਖਿਓ। ਠੀਕ ਹੈ। ਅਜਮੇਰ ਸਿੰਘ ਔਲਖ ਹੈ ਜਿਹੜਾ, ਇਹ ਪੇਂਡੂ ਧਰਾਤਲ ਨਾਲ ਜੁੜੇ ਛੋਟੇ ਵੱਡੇ ਮਸਲਿਆਂ ਨੂੰ ਪੇਸ਼ ਕਰਨ ਵਾਲਾ ਨਾਟਕਕਾਰ ਹੈ। ਮਾਲਵਾ ਖਿੱਤੇ ਦੇ ਨਾਲ ਸੰਬੰਧਿਤ ਇਹ ਨਾਟਕਕਾਰ ਹੈ। ਪੇਂਡੂ ਨਾਟ ਸ਼ੈਲੀ ਦੇ ਵਿੱਚ ਲਿਖਣ ਵਾਲਾ ਹੈ। 7 ਬੇਗਾਨੇ, ਇਹਦੇ ਨਾਟਕ ਰਚਨਾ ਸੁਣ ਲਓ ਕਿਹੜੀਆਂ ਕਿਹੜੀਆਂ। 7 ਬੇਗਾਨੇ, ਬੇਗਾਨੇ ਬੋੜ ਦੀ ਛਾਂ, ਕੇਹਰ ਸਿੰਘ ਦੀ ਮੌਤ, ਅਰਬਦ ਨਰਬਦ ਧੁੰਦੂਕਾਰਾ, ਨਿੱਕੇ ਸੂਰਜਾਂ ਦੀ ਲੜਾਈ, ਇਸ਼ਕਬਾਜ਼ ਨਮਾਜ਼ ਦਾ ਹੱਜ ਨਹੀਂ। ਇਹ ਹੈ ਜਿਹੜਾ ਇਹਦੇ ਵਿੱਚੋਂ ਇਸ਼ਕਬਾਜ਼ ਨਮਾਜ਼ ਦਾ ਹੱਜ ਨਹੀਂ ਜਿਹੜਾ ਇਹਦਾ ਨਾਟਕ ਹੈ, ਇਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਹੈ। ਲਓ ਜੀ 10 ਨੰਬਰ ਤੇ ਆਪਾਂ ਅਜਮੇਰ ਸਿੰਘ ਔਲਖ ਪੜ੍ਹਿਆ ਵਿਦਿਆਰਥੀਓ। ਫਿਰ 11 ਨੰਬਰ ਤੇ ਪ੍ਰਸਿੱਧ ਨਾਟਕਕਾਰ ਜਿਹੜਾ ਤੁਸੀਂ ਯਾਦ ਰੱਖਣਾ ਉਹ ਹੈਗਾ ਜੀ ਚਰਨਦਾਸ ਸਿੱਧੂ। ਠੀਕ ਹੈ। ਚਰਨਦਾਸ ਸਿੱਧੂ ਹੈ ਜਿਹੜਾ, ਇਹ ਦੇਖੋ ਵੀ ਕਾਲਜੀਏਟ ਡਰਾਮਾ ਸੁਸਾਇਟੀ ਦਾ ਇਸਨੇ ਨਿਰਮਾਣ ਕੀਤਾ ਸੀ ਚਰਨਦਾਸ ਸਿੱਧੂ ਨੇ। ਇੱਕ ਤਾਂ ਤੁਸੀਂ ਇਹ ਯਾਦ ਰੱਖ ਲਿਓ। ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਦੀਆਂ ਨਾਟ ਰਚਨਾਵਾਂ ਦੀ। ਭਜਨੋ, ਇੰਦੂਮਤੀ ਸਤਿਆਦੇਵ, ਲੇਖੂ ਕਰੇ ਕਵੱਲੀਆਂ, ਬਾਬਾ ਬੰਤੂ, ਅੰਬੀਆਂ ਨੂੰ ਤਰਸੇਗੀ, ਕੱਲ ਕਾਲਜ ਬੰਦ ਰਹੇਗਾ,
बात फत्तू झीर दी, मस्त मेघो वाड़िया, किरपा बाउणा, चन्नो बाजीगरनी, मंगू ते बिकर, भगत सिंह शहीद, सिकंदर दी जित आदि इसके महत्वपूर्ण नाटक हैं, जिहदे विचों भगत सिंह शहीद नूं भारती साहित्य अकादमी पुरस्कार मिलिया है। ठीक है, चरणदास सिद्धू दीयां गल्लां तुसीं याद रखणीआं। दुआबा दुआबे की बोली नाल संबंधित, दुआबा खिते की बोली नाल संबंधित है चरणदास सिद्धू, ये भी तुसीं गल याद रखनी है। दुआबे का नाटककार है। उस तो बाद आपां गल करनी है जी 12 नंबर ते तुसीं गुरशरण सिंह नूं याद रखना है। 12 नंबर ते गुरशरण सिंह नूं बारे, गुरशरण सिंह है जिहड़ा ये प्रसिद्ध नाटककार है, रंगकर्मी है। पंजाब का कोई विरला इलाका है भी जिथे गुरशरण सिंह ने आप जाके नाटक ना खेडिया होवे। सो ये नाम है कई होर, भाजी भी कहिंदे इहनूं, भाई मन्ना सिंह भी कहिंदे आ। ये कुछ हाँ, इनू पंजाबी रंगमंच का बाबा बोर्ड भी कहा जाता है, यह भी याद रखना। गुरशरण सिंह के नाम भाजी, भाई मन्ना सिंह, पंजाबी रंगमंच का बाबा बोर्ड कहा जाता है इनू। ठीक है, ये तुसीं याद रखना। उस तो बाद देखो पेंडू नुक्कड़ शैली की वरतों की है इसने, मतलब जिथे भी मिली जगह ते उत्थे आपदे रंगमंच ला के ते नाटक खेडने शुरू कर दिते। ठीक है, लो कुछ नाटक दे दिते हुए आ, धमक नगारे दी, चांदनी चौक तो सरहंद तक, सीस तली ते, मिट्टी दा मुल, मिट्टी दा पुत, बेगाने दी धी, टुंडा हौलदार, जंगी राम दी हवेली, सरपंचनी, कुर्सी, मोर्चा, हवा च लटकदे लोक, तमाम हिंदुस्तान, भंड कनेडा आए, सियोंक, हवाई गोले। ये नाटक बहुत है, बहुत लंबी सूची है, ये कुछ नाटक है जोड़े आ जोड़े दिते हुए हैं, तुसीं याद रखने हैं। ठीक है, उस तो बाद आप गल करते हैं जी, हाँ आ तुसीं रहन दिओ, कोई गल नहीं, बस अमरजीत गरेवाल ना पढ़िओ। अगले पड़ाव दे विच तुसीं आपां देखदे हैं भी किहड़े-किहड़े आ, कुछ दिते हुए आ जिवें नाटककारां दे नाम, ते उहदे विचों तुसीं एक तां रख लिओ याद, हाँ स्वराज वीर नूं याद रख लिओ एक तां तुसीं, स्वराज वीर नूं, स्वराज वीर समकाली पंजाबी नाटककारां दे विचों एक तुसीं रख लिओ याद स्वराज वीर नूं। 12 तो बाद 13 नंबर ते जिहड़ा तुसीं याद रखना है वह हैगा जी स्वराज वीर, समकाली पंजाबी नाटककार है। धर्म गुरु ये नाटक रचना देख लो किहड़ियां-किहड़ियां, कृष्ण, मेदनी, शायरी, हक, मस्या दी रात, कलर, ये कुछ इसके प्रसिद्ध नाटक हैं, जिहदे विचों मस्या दी रात नूं भारती साहित्य अकादमी पुरस्कार मिलिया है। इसका एक नाटक है मस्या दी रात, उसनूं भारती साहित्य अकादमी पुरस्कार मिलिया है, ये तुसीं याद रखना। उस तो बाद तुसीं इहनूं रहण दो, कोई गल नहीं। सतीश कुमार वर्मा नूं, पाली भुपिंदर सिंह दे बारे तुसीं पढ़ लिओ। ठीक है, 14 नंबर ते तुसीं जिहड़ा नाटककार पढ़ना है वह हैगा पाली भुपिंदर सिंह। ठीक है ना विद्यार्थियों, हाँ ये सुन लो भी किहड़े-किहड़े नाटक है। इस चौक तो शहर दिसदा है, एक तो यह नाटक है। उसनूं कहीं, सिरजना, चंद्र दे ओले, मिट्टी दा बावा ते प्यासा कां, ये कुछ इसके प्रसिद्ध नाटक हैं। ठीक है, ये तुसीं याद रखने हैं बस। इस तो बाद नहीं कोई आपां नाटककार याद रखना। इस तो बाद आपां सीधी जिहड़ी गल करनी है, होर भी जिवें छोटे मोटे नाटककार बहुत है ना, बहुत नाम है, तुसीं एक बार बस आराम नाल इन्हां नूं पढ़ लेना, जिहदे विचों जिहड़ा कोई याद रह जे ठीक है, नहीं तो कोई गल नहीं। उस तो बाद आपां गल करते हैं पाकिस्तानी पंजाबी नाटक दी ते प्रवासी पंजाबी नाटक दी, इन्हां बारे गल करते हैं। हुण सब तो पहलां तां पाकिस्तानी पंजाबी नाटककारां दे कुछ क याद रख लिओ तुसीं, वैसे कोई अपना इहदे नाल संबंधित कोई प्रश्न तां दित्ता नहीं होया, फिर भी कुछ क याद रख लिओ। ठीक है, जिवें सजाद हैदर दा नाटक है हवा दे होके, आगा अशरफ दा हैगा निम्मा निम्मा दीवा, असफाक अहमद दा टाली दे थल्ले, फखर जमान दा हैगा वण वण दा बूटा, नज़म हुसैन सैयद दा हैगा तख्त लाहौर, इसहाक मुहम्मद दा मुसल्ली ते कुकनस, ये कुछ हैगे आ जिहड़े पाकिस्तानी पंजाबी नाटककार है। प्रवासी पंजाबी नाटकों के विचों देखो किहड़े-किहड़े है, जिवें रविंदर रवि है जिहड़ा, इनू आप पिछे भी पढ़िया सीगा, इत्थे भी आ गया है रविंदर रवि। जिवें बीमार सदी, दर दीवारा, अद्धी रात दी दोपहर, सूरज नाटक, शिफर नाटक, रूह पंजाब दी, अजमेर रोडे का लिखा होया कामागाटा मारू ते दूजा पासा, ये है कुछ तुसीं उस तो बाद लिखे हुए ये तुसीं कुछ याद रखने हैं। ठीक है, इन्हां दे विचों जिवें रविंदर रवि रख लिओ याद, एक तुसीं अपने अजमेर रोडे वाला जिहड़ा यह नाटक है याद रख लिओ बस। ठीक है, अजायब कमल दा नाटक का नाम याद रख लिओ, लंगड़ा आसमान, बघियाड़ ते मंटो मरिया नहीं, ये है कुछ इसदे नाटक हैं।
ਸੋ ਇਹ ਆ ਜਿਹੜਾ ਵਿਦਿਆਰਥੀਓ ਆਪਣਾ ਪੰਜਾਬੀ ਨਾਟਕ ਦੇ ਇਤਿਹਾਸ ਬਾਰੇ ਆਪਾਂ ਗੱਲ ਕੀਤੀ ਹੈ, ਜਿਹਦੇ ਵਿੱਚ ਪੰਜਾਬੀ ਨਾਟਕ ਦੇ ਮੁੱਢਲੇ ਸਰੂਪ ਬਾਰੇ ਇੱਕ ਤਾਂ ਗੱਲ ਯਾਦ ਰੱਖਣੀ ਹੈ ਤੁਸੀਂ। ਉਸ ਤੋਂ ਬਾਅਦ ਪੰਜਾਬੀ ਨਾਟਕ ਦੇ ਇਤਿਹਾਸ ਦੀ ਜਦੋਂ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਤੁਸੀਂ ਈਸ਼ਵਰ ਚੰਦਰ ਨੰਦਾ ਨੂੰ ਜ਼ਰੂਰ ਪੜ੍ਹਨਾ, ਸਾਰੀਆਂ ਗੱਲਾਂ ਯਾਦ ਰੱਖਣੀਆਂ ਇਹਨਾਂ ਦੀਆਂ। ਉਸ ਤੋਂ ਬਾਅਦ ਡਾਕਟਰ ਹਰਚੰਦ ਸਿੰਘ ਬਹੁਤ ਜ਼ਰੂਰੀ ਹੈ ਪੜ੍ਹਨ ਵਾਲਾ, ਬਲਵੰਤ ਗਾਰਗੀ ਜੀ, ਤੇ ਉਸ ਤੋਂ ਬਾਅਦ ਗੁਰਦਿਆਲ ਸਿੰਘ ਫੁੱਲ, ਗੁਰਦਿਆਲ ਸਿੰਘ ਖੋਸਲਾ, ਇਹ ਦੋਨੋਂ ਹੀ ਨਾਟਕਕਾਰ ਪੜ੍ਹਨੇ ਆ। ਫਿਰ ਸੁਰਜੀਤ ਸਿੰਘ ਸੇਠੀ, ਫਿਰ ਉਸ ਤੋਂ ਬਾਅਦ ਕਪੂਰ ਸਿੰਘ ਘੁੰਮਣ ਹੋ ਗਿਆ, ਹਰਸਰਨ ਸਿੰਘ ਹੋ ਗਿਆ ਜੀ ਪ੍ਰਸਿੱਧ ਨਾਟਕਕਾਰ ਹੈ, ਇਹ ਵੀ ਆਪਣਾ। ਫਿਰ ਉਸ ਤੋਂ ਬਾਅਦ ਆਪਾਂ ਅਮਰੀਕ ਸਿੰਘ, ਇਹ ਵੀ ਆ ਗਿਆ ਵਿੱਚ ਹੈ ਨਾ, ਇਹ ਵੀ ਤੁਸੀਂ ਯਾਦ ਰੱਖਿਓ ਇਹਨੂੰ ਵੀ। ਫਿਰ ਉਸ ਤੋਂ ਬਾਅਦ ਪ੍ਰਸਿੱਧ ਇੱਕ ਹੋਰ ਹੈ ਆਤਮਜੀਤ। ਫਿਰ ਉਸ ਤੋਂ ਬਾਅਦ ਆਪਣਾ ਪੜ੍ਹਨਾ ਅਜਮੇਰ ਸਿੰਘ ਔਲਖ, ਤੇ ਫਿਰ ਉਸ ਤੋਂ ਬਾਅਦ ਆਪਾਂ ਚਰਨਦਾਸ ਸਿੱਧੂ ਆ ਗਿਆ ਜੀ ਆਪਣਾ ਨਾਟਕਕਾਰ, ਗੁਰਸ਼ਰਨ ਸਿੰਘ ਆ ਗਿਆ, ਭਾਈ ਮੰਨਾ ਸਿੰਘ ਜਿਹਨੂੰ ਕਹਿੰਦੇ ਆ। ਫਿਰ ਸਵਰਾਜ ਵੀਰ ਬਾਰੇ ਪੜ੍ਹਨਾ ਹੈ। ਸੋ ਉਸ ਤੋਂ ਬਾਅਦ ਇੱਕ ਹੋਰ ਹੈ ਪਾਲੀ ਭੁਪਿੰਦਰ ਸਿੰਘ। ਸੋ ਇਹ ਨਾਟਕਕਾਰ ਹੈ ਜਿਹੜਾ ਵਿਦਿਆਰਥੀਓ, ਇਹ ਆਪਣੇ ਪ੍ਰਸਿੱਧ ਨਾਟਕਕਾਰ ਹੈ। ਲੰਮੀ ਸੂਚੀ ਦਿੱਤੀ ਹੋਈ ਹੈ ਨਾਟਕਕਾਰਾਂ ਦੀ, ਕਿੰਨੇ ਨਾਟਕ ਦਿੱਤੇ ਹੋਏ, ਇਹਨਾਂ ਦੇ ਵਿੱਚੋਂ ਮਹੱਤਵਪੂਰਨ ਆ ਜਿਹੜੇ ਆਪਣੇ ਪੇਪਰਾਂ ਦੀ ਦ੍ਰਿਸ਼ਟੀ ਤੋਂ, ਇਹ ਹੀ ਤੁਸੀਂ ਯਾਦ ਰੱਖਣੇ ਆ। ਸੋ ਠੀਕ ਹੈ ਵਿਦਿਆਰਥੀਓ, ਪੰਜਾਬੀ ਨਾਟਕ ਦਾ ਇਤਿਹਾਸ ਵਾਲਾ ਜਿਹੜਾ ਪਾਠ ਹੈ ਇਹ ਆਪਣਾ ਸਮਾਪਤ ਹੁੰਦਾ ਹੈ। ਅਗਲਾ ਪਾਠ ਲੈ ਕੇ ਜਲਦੀ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਹੁੰਨਾ ਜੀ। ਸਤਿ ਸ਼੍ਰੀ ਅਕਾਲ।